ਹੈਲੋ ਸਟੂਡੈਂਟਸ, ਪੰਜਾਬੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਆਓ ਆਪਾਂ ਤੁਹਾਡੀ ਵਿਆਕਰਨ ਦਾ ਨੈਕਸਟ ਟੌਪਿਕ ਕਰੀਏ, ਬਹੁ ਅਰਥਕ ਸ਼ਬਦ, ਵਰਡਸ ਹੈਵਿੰਗ ਡਿਫਰੈਂਟ ਮੀਨਿੰਗਸ। ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ: ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕ ਤੋਂ ਵਧੇਕ ਜ਼ਿਆਦਾ ਹੋਣ, ਉਹਨਾਂ ਨੂੰ ਬਹੁ ਅਰਥਕ ਸ਼ਬਦ ਕਿਹਾ ਜਾਂਦਾ ਹੈ। ਬਹੁ ਅਰਥਕ, ਬਹੁ ਜ਼ਿਆਦਾ ਅਰਥਕ, ਅਰਥ ਦੇਣ ਵਾਲੇ, ਜ਼ਿਆਦਾ ਅਰਥ ਦੇਣ ਵਾਲੇ। ਅਜਿਹੇ ਸ਼ਬਦਾਂ ਬਾਰੇ ਧਿਆਨ ਦੇਣ ਯੋਗ ਦੋ ਗੱਲਾਂ ਹਨ। ਇਸ ਲਈ ਦੋ ਗੱਲਾਂ ਧਿਆਨ ਵਿੱਚ ਰੱਖਣੀਆਂ ਹਨ। ਪਹਿਲੀ ਗੱਲ ਇਹ ਕਿ ਇਹਨਾਂ ਸ਼ਬਦਾਂ ਦਾ ਸਰੂਪ ਉਹੀ ਰਹਿੰਦਾ ਹੈ। ਸਰੂਪ, ਰੂਪ। ਜਦੋਂ ਇਹ ਸ਼ਬਦ ਅਲੱਗ-ਅਲੱਗ ਅਰਥ ਵਿੱਚ, ਅਲੱਗ-ਅਲੱਗ ਵਾਕ ਵਿੱਚ ਵਰਤੇ ਜਾਂਦੇ ਹਨ ਤਾਂ ਇਹਨਾਂ ਦਾ ਰੂਪ ਨਹੀਂ ਬਦਲਦਾ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਉੱਤਰ ਸ਼ਬਦ ਹੈ। ਉੱਤਰ ਸ਼ਬਦ ਨੂੰ ਆਪਾਂ ਅਲੱਗ-ਅਲੱਗ ਅਰਥ ਦੇਖੀਏ। ਉੱਤਰ ਦਿਸ਼ਾ, ਉੱਤਰ ਦਾ ਅਰਥ ਘੱਟ ਅਤੇ ਜਵਾਬ ਅਤੇ ਉਤਰਨਾ। ਜਦੋਂ ਆਪਾਂ ਇਹਨੂੰ ਅਲੱਗ-ਅਲੱਗ ਵਾਕਾਂ ਵਿੱਚ ਵਰਤਾਂਗੇ ਤਾਂ ਇਹਦਾ ਰੂਪ ਉਹੀ ਰਹੇਗਾ। ਦੂਜੀ ਇਹ ਕਿ ਇਹਨਾਂ ਸ਼ਬਦਾਂ ਦੇ ਵੱਖਰੇ ਵੱਖਰੇ ਅਰਥਾਂ ਦੀ ਜਾਣਕਾਰੀ ਪ੍ਰਸੰਗ ਵਿੱਚੋਂ ਜਾਂ ਇਹਨਾਂ ਨੂੰ ਵਾਕਾਂ ਵਿੱਚ ਵਰਤਣ 'ਤੇ ਹੀ ਹੁੰਦੀ ਹੈ। ਦੂਜਾ ਇਹ ਕਿ ਜਦੋਂ ਇਹਨਾਂ ਸ਼ਬਦਾਂ ਨੂੰ ਆਪਾਂ ਅਲੱਗ-ਅਲੱਗ ਅਰਥਾਂ ਵਿੱਚ ਵਾਕਾਂ ਵਿੱਚ ਵਰਤਦੇ ਹਾਂ ਤਾਂ ਹੀ ਆਪਾਂ ਨੂੰ ਇਹਦੇ ਅਰਥ ਕਲੀਅਰ ਹੁੰਦੇ ਹੈ ਕਿ ਇਹਦੇ ਅਲੱਗ-ਅਲੱਗ ਅਰਥ ਕਿਸ ਤਰ੍ਹਾਂ ਹਨ। ਆਓ ਆਪਾਂ ਬਹੁਅਰਥਕ ਸ਼ਬਦਾਂ ਦਾ ਕੁਝ ਅਭਿਆਸ ਕਰ ਲਈਏ ਤਾਂ ਕਿ ਆਪਾਂ ਨੂੰ ਕਲੀਅਰ ਹੋ ਜਾਏ ਕਿ ਇੱਕ ਸ਼ਬਦ ਦੇ ਕਿਵੇਂ ਅਲੱਗ-ਅਲੱਗ ਅਰਥ ਹੋ ਸਕਦੇ ਹੈ ਅਤੇ ਕਿਵੇਂ ਜਦੋਂ ਆਪਾਂ ਉਹਨਾਂ ਨੂੰ ਅਲੱਗ-ਅਲੱਗ ਵਾਕਾਂ ਵਿੱਚ ਵਰਤਦੇ ਹਾਂ ਤਾਂ ਉਹ ਅਲੱਗ-ਅਲੱਗ ਅਰਥ ਦਿੰਦੇ ਹਨ। ਉਹਨਾਂ ਸ਼ਬਦਾਂ ਦਾ ਰੂਪ ਉਹੀ ਰਹਿੰਦਾ ਹੈ ਅਤੇ ਅਲੱਗ-ਅਲੱਗ ਵਾਕ ਵਿੱਚ ਉਹ ਅਲੱਗ-ਅਲੱਗ ਅਰਥ ਦਿੰਦੇ ਹਨ। ਜਿਵੇਂ ਉਤਾਰ ਸ਼ਬਦ ਹੈ। ਉਤਾਰ ਦੇ 3 ਅਰਥ ਹਨ: ਨਕਲ ਕਰਕੇ ਲਿਖਣਾ, ਪੁਰਾਣੇ ਕੱਪੜੇ, ਉਤਾਰਨਾ। ਨਕਲ ਕਰਕੇ ਲਿਖਣਾ, ਇਸ ਦਾ ਜਦੋਂ ਆਪਾਂ ਵਾਕ ਬਣਾਉਂਦੇ ਹਾਂ, ਵਿਦਿਆਰਥੀਆਂ ਨੇ ਬੋਰਡ ਤੋਂ ਸਾਰੇ ਉੱਤਰ ਉਤਾਰ ਲਏ। ਪੁਰਾਣੇ ਕੱਪੜੇ ਦੇ ਰੂਪ ਵਿੱਚ, ਅੱਜ ਕੱਲ੍ਹ ਨੌਕਰ ਵੀ ਮਾਲਿਕ ਦਾ ਉਤਾਰ ਪਾਉਣਾ ਪਸੰਦ ਨਹੀਂ ਕਰਦੇ। ਤੀਸਰਾ ਹੈ ਉਤਰਨਾ, ਕੋਠੇ ਤੋਂ ਮੰਜੇ ਉਤਾਰ ਲਓ। ਹੁਣ ਸ਼ਬਦ ਉਤਾਰ ਜਿਹੜਾ ਹੈ ਤਿੰਨਾਂ ਵਾਕਾਂ ਵਿੱਚ ਉਸੇ ਰੂਪ ਵਿੱਚ ਆਇਆ ਹੈ, ਉਤਾਰ। ਉਤਾਰ ਤੋਂ ਕੋਈ ਉਤਾਰੀ, ਉਤਰਨਾ ਜਾਂ ਉਤਰਾਊ ਇਹਦਾ ਰੂਪ ਨਹੀਂ ਬਦਲਿਆ। ਪਰ ਜਦੋਂ ਇਹਨੂੰ ਆਪਾਂ ਅਲੱਗ-ਅਲੱਗ ਪ੍ਰਸੰਗ ਵਿੱਚ, ਭਾਵ ਅਲੱਗ-ਅਲੱਗ ਅਰਥ ਦੇ ਰੂਪ ਵਿੱਚ ਵਾਕਾਂ ਵਿੱਚ ਵਰਤਿਆ ਤਾਂ ਇਹਦੇ ਭਾਵ ਅਲੱਗ-ਅਲੱਗ ਹੋ ਗਏ। ਇੱਕ ਸ਼ਬਦ ਜਦੋਂ ਅਲੱਗ-ਅਲੱਗ ਅਰਥ ਦਿੰਦਾ ਹੈ ਉਹਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ। ਆਓ ਆਪਾਂ ਇੱਕ ਦੋ ਐਗਜ਼ਾਮਪਲ ਦੇ ਦੁਆਰਾ ਹੋਰ ਇਹ ਸ਼ਬਦ ਕਲੀਅਰ ਕਰ ਲਈਏ, ਬਹੁਅਰਥਕ ਸ਼ਬਦ ਕਲੀਅਰ ਕਰ ਲਈਏ। ਆਕੜ ਦਾ ਅਰਥ ਹੈ ਹੰਕਾਰ, ਸਖਤ ਹੋਣਾ, ਲੜਨ ਲਈ ਤਿਆਰ ਹੋਣਾ। ਆਕੜ ਦਾ ਪਹਿਲਾ ਜਿਹੜਾ ਅਰਥ ਹੈ ਹੰਕਾਰ, ਉਹਨੂੰ ਆਪਾਂ ਵਾਕ ਵਿੱਚ ਵਰਤਦੇ ਹਾਂ, ਉਹ ਤਾਂ ਹਰ ਸਮੇਂ ਆਕੜ ਵਿੱਚ ਰਹਿੰਦਾ ਹੈ, ਭਾਵ ਹਰ ਸਮੇਂ ਹੰਕਾਰ ਵਿੱਚ ਰਹਿੰਦਾ ਹੈ। ਦੂਸਰਾ ਆਪਾਂ ਆਕੜ ਦਾ ਅਰਥ ਲਿੱਤਾ ਸਖਤ ਹੋਣਾ, ਤਾਂ ਜਦੋਂ ਇਹਨੂੰ ਆਪਾਂ ਵਾਕ ਵਿੱਚ ਵਰਤਦੇ ਹਾਂ ਤਾਂ ਇਹਦਾ ਹੋਰ ਅਰਥ ਆ ਰਿਹਾ, ਸਰਦੀ ਕਾਰਨ ਮੇਰੇ ਹੱਥ ਪੈਰ ਆਕੜ ਗਏ, ਮਤਲਬ ਸਖਤ ਹੋ ਗਏ। ਆਕੜ ਦਾ ਤੀਸਰਾ ਅਰਥ ਆਪਾਂ ਲਿੱਤਾ ਸੀ ਲੜਨ ਲਈ ਤਿਆਰ ਹੋਣਾ। ਦੀਪਕ ਬਿਨਾਂ ਗੱਲੋਂ ਆਕੜ ਪੈਂਦਾ ਹੈ। ਤਾਂ ਆਕੜ ਸ਼ਬਦ ਦੇ 3 ਅਲੱਗ-ਅਲੱਗ ਅਰਥ ਹੋਏ। ਇੱਕ ਉਦਾਹਰਨ ਹੋਰ ਹੈ ਵਾਰ। ਵਾਰ ਦਾ ਅਰਥ ਹੈ ਦਿਨ, ਅੱਜ ਐਤਵਾਰ ਹੈ। ਦੂਸਰਾ ਅਰਥ ਹੈ ਵਾਰੀ, ਮੈਂ ਸੋਨੂੰ ਨੂੰ ਪਹਿਲੀ ਵਾਰ ਚੰਡੀਗੜ੍ਹ ਵਿੱਚ ਮਿਲਿਆ ਸੀ। ਤੀਸਰਾ ਅਰਥ ਹੈ ਹਮਲਾ, ਭਾਰਤੀ ਫੌਜ ਦੁਸ਼ਮਣਾਂ 'ਤੇ ਪਹਿਲਾਂ ਕਦੇ ਵਾਰ ਨਹੀਂ ਕਰਦੀ।
ਇਹਦਾ ਚੌਥਾ ਅਰਥ ਹੈ ਕਾਵ ਰੂਪ। ਕਾਵ ਰੂਪ ਮਤਲਬ ਕਵਿਤਾ ਦਾ ਰੂਪ। ਸਾਡੇ ਸਕੂਲ ਦੀ ਟੀਮ ਨੇ ਵਾਰ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਮਤਲਬ ਪਹਿਲੇ ਨੰਬਰ 'ਤੇ ਆਏ। ਬੇਟਾ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੁਆਰਾ ਇਹ ਦੱਸਦੀ ਹਾਂ ਕਿ ਤੁਹਾਨੂੰ ਇਹ ਪੇਪਰਾਂ ਵਿੱਚ ਕਿਸ ਤਰ੍ਹਾਂ ਆਏਗਾ, ਬਹੁਅਰਥਕ ਸ਼ਬਦ ਕਿਸ ਤਰ੍ਹਾਂ ਆਉਣਗੇ। ਇਹਦੇ ਵੀ ਆਪਾਂ ਕੁਛ ਐਗਜ਼ਾਮਪਲ ਕਰ ਲੈਂਦੇ ਹਾਂ। ਇਹ ਬਹੁ ਵਿਕਲਪੀ ਰੂਪ ਵਿੱਚ ਆਏਗਾ। ਬਹੁ ਵਿਕਲਪੀ ਮਤਲਬ ਕਈ ਵਿਕਲਪ ਦਿੱਤੇ ਹੋਣਗੇ, ਤੁਸੀਂ ਉਹਨਾਂ ਵਿੱਚੋਂ ਸਹੀ ਚੁਣਨਾ ਹੈ, ਗਲਤ ਚੁਣਨਾ ਹੈ, ਖਾਲੀ ਥਾਂ ਵਿੱਚ ਕਿਸ ਤਰ੍ਹਾਂ ਭਰਨਾ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਆਉਣਗੇ। ਜਿਵੇਂ ਦੱਸੇ ਗਏ ਅਨੁਸਾਰ ਹੱਲ ਕਰਕੇ ਸਹੀ ਉੱਤਰ ਨੂੰ ਉੱਤਰ ਪੁਸਤਿਕਾ ਵਿੱਚ ਲਿਖੋ। ਹੇਠ ਲਿਖੇ ਸ਼ਬਦਾਂ ਵਿੱਚੋਂ ਖੱਟੀ ਸ਼ਬਦ ਲਈ ਸਹੀ ਬਹੁਅਰਥਕ ਵਿਕਲਪ ਚੁਣੋ। ਇਹਦੇ ਅਲੱਗ-ਅਲੱਗ ਮੀਨਿੰਗ ਦਿੱਤੇ ਹੋਏ ਹੈ। ਖੱਟੀ ਦੇ ਮਿੱਠੀ ਔਰ ਕਮਾਈ, ਕਮਾਈ ਔਰ ਸਵਾਦ, ਈਰਖਾ ਔਰ ਖਾਤਰ, ਗੁੱਸਾ ਔਰ ਵੈਰ। ਹੁਣ ਇਹਦਾ ਸਹੀ ਬਹੁਅਰਥਕ ਕਿਹੜਾ ਹੈ? ਖੱਟੀ ਦਾ ਸਹੀ ਬਹੁਅਰਥਕ ਹੈ ਕਮਾਈ ਔਰ ਸਵਾਦ। ਇਹ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਹੈ। ਸਿੱਕਾ ਦਾ ਇੱਕ ਅਰਥ ਹੈ ਪੈਸਾ, ਦੂਜਾ ਅਰਥ ਹੈ ਰੋਬ, ਸ਼ਕਲ, ਛੋਟਾ ਭਾਂਡਾ। ਸਿੱਕਾ ਦਾ ਇੱਕ ਅਰਥ ਤਾਂ ਹੁੰਦਾ ਪੈਸਾ, ਕੋਇਨ। ਦੂਸਰਾ ਅਰਥ ਕੀ ਆਏਗਾ? ਰੋਅਬ। ਤੀਸਰਾ ਪ੍ਰਸ਼ਨ ਹੈ ਸਰ ਦਾ ਇੱਕ ਅਰਥ ਹੈ ਫਤਿਹ ਕਰਨਾ, ਦੂਜਾ ਅਰਥ ਹੈ ਕੰਮ ਹੋਣਾ, ਸ਼ਾਬਾਸ਼, ਕੰਮ ਸਰਨਾ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਜਿਹੜਾ ਦੂਜਾ ਅਰਥ ਹੈ ਕੰਮ ਹੋਣਾ, ਮਤਲਬ ਕੰਮ ਦਾ ਘਟਿਤ ਹੋਣਾ। ਅਗਲਾ ਐਗਜ਼ਾਮਪਲ ਹੈ ਹੇਠ ਲਿਖੇ ਵਾਕ ਵਿਚਲੀਆਂ ਖਾਲੀ ਥਾਵਾਂ ਭਰਨ ਲਈ ਬਹੁਅਰਥਕ ਸ਼ਬਦ ਵਰਤੋ। ਦੋ ਵਾਕ ਹਨ, ਇੱਕੋ ਹੀ ਸ਼ਬਦ ਆਏਗਾ ਔਰ ਦੋਨੋਂ ਵਾਰਾਂ ਦਾ ਅਲੱਗ ਅਰਥ ਹੋਏਗਾ। ਜਿਵੇਂ ਸਿੰਘਾਂ ਨੇ ਦੁਸ਼ਮਣਾਂ 'ਤੇ ਵਾਰ ਕੀਤਾ ਅਤੇ ਆਪਣੀਆਂ ਜਾਨਾਂ ਵੀ ਵਾਰ ਦਿੱਤੀਆਂ। ਵਾਰ ਸ਼ਬਦ ਦੋਨਾਂ ਵਾਕਾਂ ਵਿੱਚ ਆਇਆ ਹੈ ਔਰ ਦੋਨੋਂ ਵਾਰਾਂ ਦਾ ਅਲੱਗ ਅਰਥ ਹੈ। ਸਿੰਘਾਂ ਨੇ ਦੁਸ਼ਮਣਾਂ 'ਤੇ ਵਾਰ ਕੀਤਾ ਮਤਲਬ ਹਮਲਾ ਕੀਤਾ, ਅਤੇ ਆਪਣੀਆਂ ਜਾਨਾਂ ਵੀ ਮਤਲਬ ਆਪਣੀ ਜਾਨ ਵੀ ਵਾਰ ਦਿੱਤੀ ਮਤਲਬ ਕੁਰਬਾਨ ਕਰ ਦਿੱਤੀ। ਨੈਕਸਟ, ਬਹੁਅਰਥਕ ਸ਼ਬਦ ਕਿਸ ਨੂੰ ਆਖਦੇ ਹਨ? ਇਹ ਇਸ ਤਰ੍ਹਾਂ ਵੀ ਆ ਸਕਦਾ ਹੈ। ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ, ਸਮਾਨ ਅਰਥ ਰੱਖਣ ਵਾਲੇ ਸ਼ਬਦਾਂ ਨੂੰ, ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ, ਇੱਕ ਤੋਂ ਵੱਧ ਅਰਥ ਰੱਖਣ ਵਾਲੇ ਸ਼ਬਦਾਂ ਨੂੰ। ਸਹੀ ਜਵਾਬ ਕੀ ਹੈ ਇਹਦਾ? ਇੱਕ ਤੋਂ ਵੱਧ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਬਹੁਅਰਥਕ ਸ਼ਬਦ ਆਖਦੇ ਹਨ। ਇਹ ਇਸ ਤਰ੍ਹਾਂ ਵੀ ਆ ਸਕਦਾ ਹੈ ਹਾਲ ਸ਼ਬਦ ਦੇ ਬਹੁਅਰਥੀ ਸ਼ਬਦ ਚੁਣੋ। ਹੁਣ ਅਲੱਗ-ਅਲੱਗ ਸ਼ਬਦ ਦਿੱਤੇ ਹੋਏ ਹੈ। ਹਾਲ ਦਾ ਇੱਕ ਅਰਥ ਹਾਲਾਤ ਤਾਂ ਹੁੰਦਾ ਹੈ ਪਰ ਵਾਂਗ ਨਹੀਂ ਹੁੰਦਾ। ਸੂਤਰ ਨਹੀਂ ਹੁੰਦਾ, ਹਾਲਤ ਹੁੰਦਾ ਹੈ। ਇਹਦਾ ਬਹੁਅਰਥੀ ਸਹੀ ਬਹੁਅਰਥੀ ਕਿਹੜੇ ਹੈ ਹਾਲ ਦੇ? ਵੱਡਾ ਕਮਰਾ ਔਰ ਹਾਲਤ। ਇਸ ਵੇਲੇ ਔਰ ਮਿਠਾਸ। ਇਸ ਵੇਲੇ ਤਾਂ ਹੁੰਦਾ ਹਾਲ ਪਰ ਮਿਠਾਸ ਨਹੀਂ ਹੁੰਦਾ। ਤਾਂ ਇਹਨਾਂ 'ਚੋਂ ਸਹੀ ਉੱਤਰ ਕਿਹੜਾ ਹੋਇਆ ਹਾਲ ਦਾ? ਬਹੁਅਰਥੀ ਕਿਹੜੇ ਹੋਏ? ਬਹੁਅਰਥੀ ਸ਼ਬਦ ਚੁਣੋ। ਦੋਨੋਂ ਜਿਹੜੇ ਸ਼ਬਦ ਹੋਣ ਸੇਮ ਅਰਥ ਦਿੰਦੇ ਹੋਣ ਹਾਲ ਦੇ, ਉਹ ਬਹੁਅਰਥੀ ਹੋ ਗਏ, ਵੱਡਾ ਕਮਰਾ ਔਰ ਹਾਲਤ। ਨੈਕਸਟ ਹੈ ਹੇਠਲਿਆਂ ਵਿੱਚੋਂ ਡੰਡੀ ਸ਼ਬਦ ਦੇ ਬਹੁਅਰਥੀ ਨਹੀਂ ਹੈ। ਆਪਾਂ ਬਹੁਅਰਥੀ ਚੁਣਨਾ ਨਹੀਂ ਹੈ ਦੱਸਣਾ। ਜਿਵੇਂ ਡੰਡੀ ਦਾ ਰਾਹ ਵੀ ਹੁੰਦਾ, ਗਿਆਣਾ ਵੀ ਹੁੰਦਾ, ਵਿਸ਼ਰਾਮ ਚਿੰਨ੍ਹ ਵੀ ਹੁੰਦਾ, ਸੋਟੀ ਵੀ ਹੁੰਦਾ ਅਤੇ ਰਾਹ ਵੀ ਹੁੰਦਾ। ਇਹਦਾ ਬਹੁਅਰਥੀ ਕਿਹੜਾ ਨਹੀਂ ਹੁੰਦਾ? ਤਿਲਕ ਔਰ ਬੂਟਾ। ਤਾਂ ਇਹਦਾ ਸਹੀ ਉੱਤਰ ਕੀ ਹੋਇਆ? ਤਿਲਕ ਔਰ ਬੂਟਾ। ਇਸ ਤਰ੍ਹਾਂ ਬੇਟਾ ਤੁਸੀਂ ਬਹੁਅਰਥਕ ਸ਼ਬਦ ਆਪਣੀ ਵਿਆਕਰਣ ਵਿੱਚੋਂ ਵੀ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਔਰ ਅਭਿਆਸ ਕਰ ਲੈਣਾ। ਮੈਨੂੰ ਉਮੀਦ ਹੈ ਤੁਹਾਨੂੰ ਬਹੁਅਰਥਕ ਸ਼ਬਦ ਸਮਝ ਆ ਗਏ ਹੋਣਗੇ। ਧੰਨਵਾਦ ਬੇਟਾ।